ਅੱਜ ਦੀ ਸਾਡੀ ਇਹ ਘਟਨਾ ਦਿੱਲੀ ਦੀ ਇੱਕ ਸਰਦਾਰ ਫੈਮਿਲੀ ਦੀ ਹੈ ਤੇ ਉਹ ਫੈਮਿਲੀ ਅੱਜ ਧਰਮ ਤੇ ਭੁੱਖ ਦੇ ਵਿਚਕਾਰ ਫਸ ਚੁੱਕੀ ਹੈ। ਪੂਰੀ ਗੱਲ ਸੁਣ ਕੇ ਇਸ ਫੈਮਿਲੀ ਨੂੰ ਇੱਕ ਵੱਡੀ ਪ੍ਰੋਬਲਮ ਦੇ ਵਿੱਚੋਂ ਬਾਹਰ ਕੱਢਿਆ ਜਾ ਸਕਦਾ ਹੈ, ਜਿਸ ਵਿੱਚ ਤੁਹਾਡੀ ਲੋੜ ਹੈ। ਸੋ ਕਮੈਂਟ ਕਰਕੇ ਆਪਣੀ ਐਡਵਾਈਸ ਦਿਓ ਤੇ ਇਸ ਫੈਮਿਲੀ ਨੂੰ ਇਸ ਪ੍ਰੋਬਲਮ ਦੇ ਵਿੱਚੋਂ ਬਾਹਰ ਕੱਢਣ ਦੇ ਵਿੱਚ ਸਹਾਈ ਹੋਵੋ। ਸਿੱਖ ਧਰਮ ਦੇ ਵਿੱਚ ਜੋ ਮਰਿਆਦਾ ਹੈ ਕਿ ਮਾਸ ਨਹੀਂ ਖਾਣਾ ਚਾਹੀਦਾ, ਜਿਹੜਾ ਮਰਜ਼ੀ ਮਾਸ ਹੋਵੇ। ਜੀਵ ਹੱਤਿਆ ਇੱਕ ਪਾਪ ਹੈ ਤੇ ਗੁਰਦੁਆਰਿਆਂ ਦੇ ਵਿੱਚ ਬੱਕਰੇ ਵੱਢਣਾ ਵੀ ਗਲਤ ਹੈ। ਅੰਮ੍ਰਿਤ ਛਕ ਕੇ ਮੀਟ ਖਾਣਾ ਵੀ ਇੱਕ ਪਾਪ ਹੈ, ਚਾਹੇ ਸ੍ਰੀ ਸਾਹਿਬ ਨੂੰ ਲੁਕੋ ਕੇ ਖਾਇਆ ਜਾਵੇ ਜਾਂ ਫਿਰ ਦਿਖਾ ਕੇ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਖਾਲਸੇ ਨੂੰ ਇਹ ਨਹੀਂ ਸਿਖਾਇਆ ਤੇ ਇਹੀ ਸਾਡੀ ਸੋਚ ਹੈ। ਪਰ ਕਮਾਈ ਦੇ ਖਾਤਰ ਮਾਸ ਵੱਢਣਾ ਤੇ ਵੇਚਣਾ, ਉਹ ਵੀ ਇੱਕ ਸਰਦਾਰ ਦੇ ਲਈ ਕੀ ਇਹ ਗਲਤ ਹੈ ਜਾਂ ਫਿਰ ਸਹੀ? ਆਪਣਾ ਪੇਟ ਤੇ ਪਰਿਵਾਰ ਪਾਲਣ ਵਾਸਤੇ ਮਾਸ ਤੋਂ ਕਮਾਈ ਕਰਨਾ ਕਿੱਥੇ ਤੱਕ ਜਾਇਜ਼ ਹੈ? ਕਾਫੀ ਸਮੇਂ ਪਹਿਲਾਂ ਸੁਰਿੰਦਰ ਸਿੰਘ ਦੀ ਆਪਣੀ ਫੈਕਟਰੀ ਲੁਧਿਆਣੇ ਦੇ ਵਿੱਚ ਸੀ। ਪਾਣੀ ਵਾਲੀਆਂ ਪਾਈਪਾਂ ਬਣਾਉਣ ਦੀ ਫੈਕਟਰੀ ਸੀ। ਸੁਰਿੰਦਰ ਦਾ ਕੰਮ ਵਧੀਆ ਚੱਲਿਆ ਤੇ ਫਿਰ ਕਿਸੇ ਕਾਰਨਵਸ਼ ਲੁਧਿਆਣਾ ਛੱਡ ਕੇ ਦਿੱਲੀ ਆ ਕੇ ਵਸਣਾ ਪਿਆ। ਲੁਧਿਆਣੇ ਵਾਲਾ ਘਰ ਤੇ ਫੈਕਟਰੀ ਵੇਚ ਦਿੱਤੀ ਗਈ ਤੇ ਦਿੱਲੀ ਆ ਕੇ ਆਪਣਾ ਘਰ ਲਿਆ। ਇੱਥੇ ਵੀ ਪੈਸਾ ਲਗਾ ਕੇ ਇੱਕ ਫੈਕਟਰੀ ਖੋਲ੍ਹ ਲਈ। ਪਹਿਲ ਕੰਮ ਵਧੀਆ ਚੱਲਿਆ, ਬੱਚੇ ਵੀ ਪੜ੍ਹ ਲਿਖ ਗਏ। ਪਰ ਕਿਸੇ ਹਾਦਸੇ ਦੇ ਵਿੱਚ ਸੁਰਿੰਦਰ ਸਿੰਘ ਦੋਹਾਂ ਲੱਤਾਂ ਤੋਂ ਹੀਣਾ ਹੋ ਗਿਆ। ਹੁਣ ਘਰ ਦੀ ਸਾਰੀ ਜ਼ਿੰਮੇਵਾਰੀ ਉਸਦੇ ਵੱਡੇ ਲੜਕੇ ਸ਼ਮਿੰਦਰ ਸਿੰਘ ਦੇ ਮੋਢਿਆਂ ਤੇ ਆ ਗਈ ਸੀ। ਫੈਕਟਰੀ ਵਧੀਆ ਚੱਲਦੀ ਸੀ ਤੇ ਸ਼ਮਿੰਦਰ ਸਿੰਘ ਸਭ ਕੰਮ ਜਾਣਦਾ ਸੀ ਤੇ ਉਸਨੇ ਕੰਮ ਸਾਂਭ ਲਿਆ। ਇੱਥੇ ਇੱਕ ਗੱਲ ਦੱਸ ਦਈਏ ਕਿ ਪਰਿਵਾਰ ਕੇਸਾਧਾਰੀ ਹੈ। ਚਿਹਰੇ ਦੇ ਉੱਤੇ ਦਾੜੀ ਪ੍ਰਕਾਸ਼ ਹੈ, ਪਰ ਪਰਿਵਾਰ ਅੰਮ੍ਰਿਤਧਾਰੀ ਨਹੀਂ ਹੈ। ਸਾਰਾ ਪਰਿਵਾਰ ਪਰਮਾਤਮਾ ਦਾ ਨਾਮ ਸੇਵਾ ਕਰਨ ਵਾਲਾ ਹੈ। ਹੁਣ ਤੱਕ ਸੁਰਿੰਦਰ ਸਿੰਘ ਦੀ ਉਮਰ ਕਾਫੀ ਹੋ ਚੁੱਕੀ ਸੀ ਤੇ ਦੋਨੇ ਲੜਕੇ ਫੈਕਟਰੀ ਸਾਂਭਦੇ ਸਨ। ਸਮਾਂ ਲੰਘਿਆ ਤੇ ਸਰਕਾਰਾਂ ਦੇ ਨਿਯਮ ਦੇ ਵਿੱਚ ਬਦਲਾਵ ਆਇਆ ਤੇ ਇੱਕ ਵੱਡਾ ਸੰਕਟ ਉਹਨਾਂ ਦੀ ਰੋਜੀ ਰੋਟੀ ਉਸ ਫੈਕਟਰੀ ਦੇ ਉੱਤੇ ਆ ਖੜਿਆ। ਸ਼ਰਤਾਂ ਨੂੰ ਪੂਰਾ ਨਾ ਕਰਦੀ ਹੋਈ ਉਹਨਾਂ ਦੀ ਫੈਕਟਰੀ ਹੌਲੀ-ਹੌਲੀ ਦਮ ਤੋੜਦੀ ਰਹੀ ਤੇ ਆਖਿਰ ਫੈਕਟਰੀ ਦੇ ਵਿੱਚ ਤਾਲਾ ਲੱਗ ਗਿਆ ਤੇ ਇਸ ਦੇ ਨਾਲ ਹੀ ਕਮਾਈ ਦਾ ਸਾਧਨ ਵੀ ਬੰਦ ਹੋ ਗਿਆ। ਪਰਿਵਾਰ ਨੇ ਆਪਣੀ ਕਮਾਈ ਦਾ ਸਾਧਨ ਫੈਕਟਰੀ ਹੀ ਸਮਝਿਆ ਸੀ ਤੇ ਹੋਰ ਕੋਈ ਵੀ ਸਾਧਨ ਉਹਨਾਂ ਦੇ ਕੋਲ ਨਹੀਂ ਸੀ। ਅਚਾਨਕ ਬੰਦ ਹੋਈ ਫੈਕਟਰੀ ਦੇ ਨਾਲ ਹੀ ਪਰਿਵਾਰ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟ ਗਿਆ। ਫੈਕਟਰੀ ਦੇ ਲਈ ਹੀ ਲੱਖਾਂ ਦਾ ਕਰਜ਼ਾ ਲਿਆ ਹੋਇਆ ਸੀ ਤੇ ਹੁਣ ਉਹ ਸਾਰਾ ਕਰਜ਼ਾ ਉਹਨਾਂ ਦੇ ਸਿਰ ਤੇ ਆਣ ਪਿਆ ਸੀ। ਪਰਿਵਾਰ ਨੂੰ ਕੁਝ ਸਮਝ ਨਾ ਲੱਗਿਆ। ਕਾਫੀ ਕੋਸ਼ਿਸ਼ ਤੋਂ ਬਾਅਦ ਵੀ ਫੈਕਟਰੀ ਦੁਬਾਰਾ ਖੁਲਵਾ ਨਾ ਸਕੇ ਤੇ ਨਾ ਹੀ ਸਰਕਾਰਾਂ ਦੇ ਸਾਹਮਣੇ ਕੋਈ ਵਸ ਚੱਲਿਆ। ਕਰਜ਼ਾ ਉਤਾਰਨ ਖਾਤਰ ਘਰ ਵੇਚਣਾ ਪਿਆ। ਜੋ ਵੀ ਪੈਸਾ ਜਮ੍ਹਾਂ ਸੀ ਉਹ ਵੀ ਕਰਜ਼ੇ ਦੇ ਵਿੱਚ ਹੀ ਦੇਣਾ ਪਿਆ। ਹੁਣ ਪਰਿਵਾਰ ਦੇ ਕੋਲ ਕੁਝ ਵੀ ਨਹੀਂ ਬਚਿਆ ਸੀ ਤੇ ਪਰਿਵਾਰ ਸੜਕਾਂ ਤੇ ਆ ਖੜਿਆ। ਕਿਰਾਏ ਦੇ ਘਰ ਦੇ ਵਿੱਚ ਰਹਿਣਾ ਸ਼ੁਰੂ ਕੀਤਾ। ਸ਼ਮਿੰਦਰ ਤੇ ਉਸਦੇ ਭਰਾ ਨੇ ਛੋਟਾ-ਮੋਟਾ ਕੰਮ ਕਿਸੇ ਦੁਕਾਨ ਦੇ ਉੱਤੇ ਕਰਨਾ ਸ਼ੁਰੂ ਕੀਤਾ। ਪਰ ਪਰਿਵਾਰ ਵੱਡਾ ਸੀ ਤੇ ਦਿੱਲੀ ਵਰਗੇ ਸ਼ਹਿਰ ਦੇ ਵਿੱਚ ਰਹਿਣਾ ਤੇ ਜਿਉਣਾ ਬਹੁਤ ਔਖਾ। ਜਦੋਂ ਜ਼ਰੂਰਤਾਂ ਖਰਚੇ ਵੱਧ ਸੀ ਤੇ ਕਮਾਈ ਦਾ ਪੈਸਾ ਘੱਟ, ਤਾਂ ਜ਼ਿੰਦਗੀ ਦੇ ਅਸਲ ਮਾਇਨੇ ਸਮਝ ਆਉਣ ਲੱਗੇ। ਸੁਰਿੰਦਰ ਸਿੰਘ ਬਿਮਾਰ ਰਹਿੰਦਾ ਸੀ ਤੇ ਉਸਨੇ ਸ਼ਮਿੰਦਰ ਨੂੰ ਕਿਹਾ ਕਿ ਕੋਈ ਆਪਣਾ ਛੋਟਾ-ਮੋਟਾ ਕੰਮ ਸ਼ੁਰੂ ਕਰ ਲੈ, ਹੌਲੀ-ਹੌਲੀ ਵੱਧ ਜਾਵੇਗਾ। ਸ਼ਮਿੰਦਰ ਸਿਆਣਾ ਸੀ ਤੇ ਉਸਨੇ ਸੋਚਣਾ ਸ਼ੁਰੂ ਕੀਤਾ। ਸ਼ਮਿੰਦਰ ਨੇ ਸਭ ਤੋਂ ਪਹਿਲਾਂ ਫਾਸਟ ਫੂਡ ਦੀ ਰੇਹੜੀ ਲਗਾਈ। ਕੁਕਿੰਗ ਜਾਣਦਾ ਸੀ। ਦੋਨੇ ਭਰਾਵਾਂ ਨੇ ਫਾਸਟ ਫੂਡ ਦਾ ਕੰਮ ਸ਼ੁਰੂ ਕੀਤਾ, ਪਰ ਕੰਮ ਨਹੀਂ ਚੱਲਿਆ। ਜਿਹੜਾ ਥੋੜਾ ਬਹੁਤ ਪੈਸਾ ਕਮਾਇਆ ਸੀ ਉਹ ਵੀ ਰੇਹੜੀ ਦੇ ਵਿੱਚ ਖਰਾਬ ਹੋ ਗਿਆ ਤੇ ਕਾਰੋਬਾਰ ਵੀ ਫੇਲ ਹੋ ਗਿਆ। ਕੋਈ ਕੰਮ ਨਾ ਹੋਣ ਕਾਰਨ ਪਰਿਵਾਰ ਬਹੁਤ ਔਖਾ ਹੋਇਆ ਤੇ ਬੱਚਿਆਂ ਦੀਆਂ ਸਕੂਲ ਦੀਆਂ ਫੀਸਾਂ ਵੀ ਦੇਣੀਆਂ ਮੁਸ਼ਕਿਲ ਹੋ ਗਈਆਂ। ਦੁਬਾਰਾ ਫਿਰ ਸ਼ਮਿੰਦਰ ਸਿੰਘ ਤੇ ਉਸਦਾ ਭਰਾ ਕਿਸੇ ਦੁਕਾਨ ਦੇ ਉੱਤੇ ਕੰਮ ਕਰਨ ਲੱਗੇ। ਸ਼ਮਿੰਦਰ ਬਹੁਤ ਵਾਰ ਹੱਥ ਪੈਰ ਮਾਰਦਾ, ਪਰ ਕੋਈ ਕੰਮ ਨਹੀਂ ਬਣਦਾ ਤੇ ਨਾ ਹੀ ਕੋਈ ਕੰਮ ਚੱਲਦਾ। ਨਿੱਤ ਹੀ ਕੰਮ ਤੋਂ ਵਾਪਸ ਆਉਣ ਵਕਤ ਗੁਰਦੁਆਰਾ ਸਾਹਿਬ ਜਾ ਕੇ ਆਉਂਦਾ ਸੀ। ਇੱਕ ਦਿਨ ਕੰਮ ਤੋਂ ਵਾਪਸ ਆਉਣ ਲੱਗਿਆਂ ਉਸ ਨੂੰ ਆਪਣੀ ਹੀ ਫੈਕਟਰੀ ਦਾ ਇੱਕ ਸਪਲਾਇਰ ਮਿਲਿਆ, ਜੋ ਕਿ ਕਦੀ ਉਹਨਾਂ ਦੀ ਫੈਕਟਰੀ ਦੇ ਵਿੱਚ ਕੰਮ ਕਰਦਾ ਸੀ। ਸ਼ਮਿੰਦਰ ਦੀ ਹਾਲਤ ਦੇਖ ਉਸ ਨੂੰ ਬੜਾ ਦੁੱਖ ਹੋਇਆ ਤੇ ਸ਼ਮਿੰਦਰ ਨੇ ਉਸ ਨੂੰ ਦੱਸਿਆ ਕਿ ਦਿੱਲੀ ਦੇ ਵਿੱਚ ਉਸ ਦਾ ਕੋਈ ਕੰਮ ਨਹੀਂ ਚੱਲਦਾ ਤੇ ਪਰਿਵਾਰ ਪਰੇਸ਼ਾਨ ਹੈ। ਫਾਸਟ ਫੂਡ ਦਾ ਕੰਮ ਦਿੱਲੀ ਦੇ ਵਿੱਚ ਬਹੁਤ ਹੈ, ਪਰ ਉਸ ਦਾ ਉਹ ਕਾਰੋਬਾਰ ਨਹੀਂ ਚੱਲਿਆ। ਉਸ ਆਦਮੀ ਨੇ ਸ਼ਮਿੰਦਰ ਨੂੰ ਕਿਹਾ ਕਿ ਕੰਮ ਕਰਨਾ ਹੈ ਤਾਂ ਨਾਨ ਵੈਜ ਆਈਟਮ ਮੀਟ ਮਾਸ ਦਾ ਕਰ, ਉਹੀ ਚੱਲਦਾ ਹੈ। ਕਮਾਈ ਵੀ ਵਧੀਆ ਹੋ ਜਾਂਦੀ ਹੈ। ਜਿੱਥੇ ਮਰਜ਼ੀ ਲਗਾ ਕੇ ਬੈਠ ਜਾ, ਬਹੁਤ ਵਧੀਆ ਕੰਮ ਚੱਲਦਾ ਹੈ। ਸ਼ਮਿੰਦਰ ਦਾ ਪਰਿਵਾਰ ਮਾਸ ਮੱਛੀ ਤੋਂ ਦੂਰ ਹੀ ਰਹਿੰਦਾ ਸੀ। ਉਸਨੇ ਝੱਟ ਹੀ ਮਨਾ ਕਰ ਦਿੱਤਾ। ਪਰ ਸ਼ਮਿੰਦਰ ਦੇ ਮਨ ਦੇ ਵਿੱਚ ਇਹ ਚੱਲਦਾ ਸੀ ਕਿ ਜੋ ਵੀ ਉਹ ਬੰਦੇ ਨੇ ਕਿਹਾ ਉਹ ਠੀਕ ਹੀ ਕਿਹਾ ਹੈ, ਕਿਉਂਕਿ ਨਾਨ ਵੈਜ ਦਾ ਕੰਮ ਹਰ ਜਗ੍ਹਾ ਦੇ ਉੱਤੇ ਚੱਲਦਾ ਹੈ ਤੇ ਕਮਾਈ ਵੀ ਵਧੀਆ ਹੁੰਦੀ ਹੈ। ਹੁਣ ਉਹ ਦੋ ਪਾਸੇ ਫਸ ਚੁੱਕਿਆ ਸੀ। ਜਦੋਂ ਪਰਿਵਾਰ ਜ਼ਿਆਦਾ ਤੰਗ ਹੋਇਆ ਤਾਂ ਉਸਨੇ ਆਪਣੇ ਪਿਤਾ ਸੁਰਿੰਦਰ ਦੇ ਨਾਲ ਗੱਲ ਕੀਤੀ ਕਿ ਆਪਾਂ ਨਾਨ ਵੈਜ ਦਾ ਕੰਮ ਸ਼ੁਰੂ ਕਰ ਲੈਂਦੇ ਹਾਂ। ਪਰ ਸ਼ਮਿੰਦਰ ਨੇ ਕਿਹਾ ਕਿ ਇਸ ਦੇ ਲਈ ਮੇਰਾ ਮਨ ਨਹੀਂ ਮੰਨਦਾ। ਸ਼ਮਿੰਦਰ ਦੇ ਪਿਤਾ ਸੁਰਿੰਦਰ ਸਿੰਘ ਨੇ ਕਿਹਾ ਕਿ ਤੂੰ ਕੰਮ ਸ਼ੁਰੂ ਕਰ ਲੈ, ਆਪਣਾ ਪਰਿਵਾਰ ਤਾਂ ਪਾਲਣਾ ਹੀ ਹੈ। ਕਮਾਈ ਦੇ ਲਈ ਕੰਮ ਕਰਨਾ ਕੁਝ ਗਲਤ ਨਹੀਂ ਹੁੰਦਾ। ਸੁਰਿੰਦਰ ਸਿੰਘ ਨੇ ਇਹ ਗੱਲ ਕਿਉਂ ਕਹੀ ਤੇ ਕੀ ਸੋਚ ਕੇ ਕਹੀ ਇਹ ਤਾਂ ਨਹੀਂ ਪਤਾ, ਪਰ ਆਪਣੇ ਪਿਤਾ ਦੀ ਗੱਲ ਮੰਨ ਕੇ ਸ਼ਮਿੰਦਰ ਨੇ ਕੰਮ ਸ਼ੁਰੂ ਕਰ ਲਿਆ। ਪਰ ਉਹ ਹੋਇਆ ਜਿਸ ਦੀ ਉਮੀਦ ਨਹੀਂ ਸੀ। ਪਹਿਲੇ ਹੀ ਦਿਨ ਤੋਂ ਕੰਮ ਜ਼ੋਰਾਂ ਤੇ ਸੀ। ਹੌਲੀ-ਹੌਲੀ ਕਰਕੇ ਕੰਮ ਵਧਿਆ। ਰੇਹੜੀ ਤੋਂ ਦੁਕਾਨ ਤੇ ਕੰਮ ਆ ਗਿਆ ਤੇ ਫਿਰ ਉਹੀ ਦੁਕਾਨ ਉਹਨਾਂ ਨੇ ਖਰੀਦ ਲਈ ਤੇ ਹੌਲੀ-ਹੌਲੀ ਕਰਕੇ ਉਹਨਾਂ ਨੇ ਆਪਣਾ ਘਰ ਦਿੱਲੀ ਦੇ ਵਿੱਚ ਲੈ ਲਿਆ।
ਤੇ ਇਹ ਸਭ ਕਰਨ ਦੇ ਵਿੱਚ ਉਹਨਾਂ ਨੂੰ 8 ਸਾਲ ਦੀ ਮਿਹਨਤ ਲੱਗੀ। ਕਿਸੇ ਸਮੇਂ ਸੜਕਾਂ ਦੇ ਉੱਤੇ ਧੱਕੇ ਖਾਂਦੇ ਸੀ ਤੇ ਅੱਜ ਕਾਰੋਬਾਰ ਅਸਮਾਨਾਂ ਤੇ ਹੈ। ਸ਼ਮਿੰਦਰ ਤੇ ਉਸ ਦਾ ਪਰਿਵਾਰ ਆਪ ਮਾਸ ਮੱਛੀ ਨਹੀਂ ਖਾਂਦਾ, ਸਿਰਫ ਵੇਚਦਾ ਹੈ ਤੇ ਆਪਣੇ ਪਰਿਵਾਰ ਦਾ ਪੇਟ ਪਾਲਦਾ ਹੈ। ਸ਼ਮਿੰਦਰ ਸਿੰਘ ਨੇ ਕਿਹਾ ਕਿ ਦੁੱਖ ਤਕਲੀਫਾਂ ਤਾਂ ਦੂਰ ਹੋ ਗਈਆਂ, ਪਰ ਦਿਲ ਦੇ ਵਿੱਚ ਹਾਲੇ ਵੀ ਕੁਝ ਨਾ ਕੁਝ ਭੁਲੇਖੇ ਫਸੇ ਹੋਏ ਹਨ। ਉਹਨਾਂ ਭੁਲੇਖਿਆਂ ਦਾ ਕਾਰਨ ਇਹ ਹੈ ਕਿ ਜੋ ਕੰਮ ਕਰ ਰਿਹਾ ਹਾਂ ਮੀਟ ਮਾਸ ਵੇਚਣ ਦਾ, ਕੀ ਇਹ ਮੈਂ ਠੀਕ ਕਰ ਰਿਹਾ ਹਾਂ? ਕਿ ਕਦੀ ਪਰਮਾਤਮਾ ਮੈਨੂੰ ਇਸ ਕੰਮ ਦੇ ਲਈ ਮਾਫ ਕਰੇਗਾ? ਮੈਂ ਤਾਂ ਇਹ ਕਾਰੋਬਾਰ ਆਪਣੀ ਰੋਜੀ ਰੋਟੀ ਦੇ ਲਈ ਕੀਤਾ, ਕਿਉਂਕਿ ਮੈਂ ਹੋਰ ਬਹੁਤ ਸਾਰੇ ਕੰਮ ਕਰਕੇ ਦੇਖ ਲਏ ਸੀ ਪਰ ਕੋਈ ਨਾ ਚੱਲਿਆ। ਇਹ ਸਭ ਕੁਝ ਮੈਂ ਆਪਣੀ ਰੋਜੀ ਰੋਟੀ ਦੇ ਲਈ ਕੀਤਾ ਸੀ, ਕਿ ਮੈਨੂੰ ਇਸ ਦਾ ਵੀ ਪਾਪ ਲੱਗੇਗਾ? ਇਹ ਸੋਚ ਕੇ ਕਈ ਵਾਰ ਮੈਂ ਡਰ ਜਾਂਦਾ ਹਾਂ, ਪਰ ਫਿਰ ਮੈਂ ਆਪਣੇ ਪਰਿਵਾਰ ਵੱਲ ਦੇਖ ਕੇ ਚੁੱਪ ਕਰ ਜਾਂਦਾ ਹਾਂ। ਹੁਣ ਇਸ ਦਾ ਜਵਾਬ ਤਾਂ ਸਾਡੇ ਕੋਲ ਵੀ ਨਹੀਂ ਹੈ। ਤੁਸੀਂ ਆਪਣੀ ਮਤ ਮੁਤਾਬਕ ਇਸ ਦਾ ਜਵਾਬ ਦਿਓ, ਅਤੇ ਜੇਕਰ ਕੋਈ ਸਿੱਖ ਵਿਦਵਾਨ ਸੁਣ ਰਿਹਾ ਹੈ ਤਾਂ ਬਾਣੀ ਦੇ ਮੁਤਾਬਕ ਇਸ ਦਾ ਹੱਲ ਦੱਸੋ।